I said I must go and congratulate everybody. आज की टेम्परेचर बढ़ती जाती है साढ़े 3 ਫਿਰੋਜ਼ਪੁਰ ਅੰਮ੍ਰਿਤਸਰ ਦੇ ਹੁਸ਼ਿਆਰਪੁਰ ਰੀਜਨਲ ਐਕਸਿਸ ਹੋ ਰਹਾ ਜ਼ਿਲ੍ਹੇ ਦੇ ਵਿੱਚ ਆਈਸ ਲਾਈਨ ਰੈਫ੍ਰਿਜਰੇਟਰ ਯੂਜ਼ ਕੀਤੇ ਜਾਂਦੇ ਹਨ ਜਿੱਥੇ ਟੈਂਪਰੇਚਰ ਤਕਰੀਬਨ ਰੂਟੀਨ ਇਮੂਨਾਈਜੇਸ਼ਨ ਦੀ 1 ਕਰੋੜ ਤੋਂ ਵੱਧ ਵੈਕਸੀਨ ਦੀਆਂ ਖੁਰਾਕਾਂ ਅਸੀਂ ਕਿਸੇ ਵੀ ਸਮੇਂ ਆਪਣੇ ਕੋਲ ਸਟੋਰ ਕਰ ਸਕਦੇ ਹਾਂ। ਅੱਛਾ ਸਾਡਾ ਸਿਸਟਮ ਸਾਡੇ ਟ੍ਰੇਨ ਵੈਕਸੀਨੇਟਰ ਹਨ ਔਰ ਇਸ ਤੋਂ ਇਲਾਵਾ ਅਸੀਂ ਜ਼ਰੂਰ ਪਏਗਾ ਇੱਕ ਵੈਕਸੀਨ ਲਗਾਉਣ ਵਾਸਤੇ ਪ੍ਰੋਪਰ ਇਲੈਕਸ਼ਨ ਦੀ ਤਰ੍ਹਾਂ ਮੈਨੇਜ ਕੀਤਾ ਜਾਂਦਾ ਹੈ। अपने वचन गलत आज प्रमाण 10 था मालक कि कांग्रेस पार्टी ਨਾਲ ਸਮਰਥਨ ਕਰੇਗੀ। देखो कांग्रेस पार्टी मुख्यमंत्री जी तो लैके राहुल गांधी जी तो लैके प्रियंका गांधी जी तो लैके सोनिया गांधी तक किसानों के पिछले खड़े हैं, किसानों के नाल खड़े सी खड़े हाँ और खड़े रहा। अकाली दल की गल की जाए इलैक्शनां टाइम दौर नेड़े आ तुहाडे ਨੂੰ ਕੀ ਲੱਗਦਾ अकाली जमा ही खाली। अच्छा दस तो बाद जो गल किया गया मुख्यमंत्री साहब ਵੱਲੋਂ ਅੱਜ ਦੋ ਬੜੇ ਇੰਪੋਰਟੈਂਟ ਫੰਕਸ਼ਨਸ ਹੋਏ ਨੇ। ਪਹਿਲੇ ਜਿਹੜਾ ਸਾਡਾ ਰੋਜ਼ਗਾਰ ਦੇ ਵਿੱਚ ਜਿੱਥੇ ਮੁੱਖ ਮੰਤਰੀ ਸਾਹਿਬ ਨੇ ਦੱਸਿਆ ਕਿ ਕਿੰਨੇ ਲੱਖ ਅੱਜ ਤੱਕ ਨੌਕਰੀਆਂ ਮਿਲ ਗਈਆਂ ਨੇ, ਉਹਦਾ ਇੱਕ ਹਿੱਸਾ ਸਾਡੀ ਡਿਸਟ੍ਰਿਕਟ ਦੇ ਵਿੱਚ ਔਰ ਪਟਿਆਲੇ ਸ਼ਹਿਰ ਦੇ ਵਿੱਚ ਡੈਪੂਜ਼ ਦੇਣ ਦਾ ਕਿ ਆਪ ਨੌਕਰੀ ਕਰਨ, ਆਪ ਕਮਾਉਣ। ਪੂਰੇ ਡਿਸਟ੍ਰਿਕਟ ਦੇ ਵਿੱਚ 70 ਮੇਰੇ ਖਿਆਲ 'ਚ ਡੈਪੂ ਮਿਲੇ ਆ। ਪਟਿਆਲੇ ਸ਼ਹਿਰ ਦੇ ਜਿਹੜੇ ਨੇ ਉਹ 70 72 73 ਸ਼ਾਇਦ ਹੋਣਗੇ। ਹਾਂਜੀ ਬਾਕੀ ਦਾ ਪ੍ਰੋਸੈਸ ਚੱਲ ਰਿਹਾ, 70 ਹੋ ਗਏ ਨੇ ਕੰਪਲੀਟ। ਅਤੇ ਅੱਜ ਰਸਮੀ ਤੌਰ ਦੇ ਉੱਤੇ 5 ਨੂੰ ਦਿੱਤਾ ਗਿਆ, ਬਾਕੀ ਅੱਜ ਸਭ ਨੂੰ ਮਿਲ ਜਾਣਗੇ। ਸੋ ਸਾਰਿਆਂ ਨੂੰ ਵਧਾਈ, ਆਸ ਰੱਖਦੇ ਹਾਂ ਕਿ ਇਹਦੇ ਵਿੱਚੋਂ ਇਹਨਾਂ ਦਾ ਘਰ ਚੱਲੇ ਔਰ ਘਰ ਬੈਠ ਕੇ ਇਹ ਆਪਣਾ ਕਮਾਈ ਕਰਨ। ਦੂਜੀ ਜਿਹੜੀ ਗੱਲ ਹੈ, ਅੱਜ ਵੈਕਸੀਨ ਸ਼ੁਰੂਆਤ ਹੋਈ ਹੈ। ਪਿਛਲੇ ਸਾਲ ਹਾਲੇ ਸਾਲ ਪੂਰਾ ਨਹੀਂ ਹੋਇਆ ਜਦ ਤੋਂ ਕੋਵਿਡ ਇੱਥੇ ਆਈ, ਜਨਵਰੀ ਦੇ ਮਹੀਨੇ 'ਚ ਕੇਰਲਾ ਤੋਂ। ਉਸ ਦੇ ਬਾਅਦ ਫੈਲੀ ਸਾਰੇ ਕਿਤੇ, ਪੰਜਾਬ 'ਚ ਵੀ ਬਹੁਤ ਜ਼ਿਆਦਾ ਸਾਡੇ ਪਾਪੂਲੇਸ਼ਨ ਦੇ ਹਿਸਾਬ ਨਾਲ ਹੋਏ ਅਤੇ ਬਹੁਤ ਵਧੀਆ ਤਰੀਕੇ ਨਾਲ ਕੰਟਰੋਲ ਕੀਤਾ। ਮੈਂ ਆਪਣੇ ਜਿਹੜੇ ਸਾਰੇ ਇੱਥੋਂ ਦੇ ਡਾਕਟਰ, ਨਰਸਿਸ, ਵਰਕਰਸ, ਜਿਹੜੇ ਕਰਮਚਾਰੀ ਸੀ ਮਿਊਨਿਸਪੈਲਿਟੀ ਦੇ, ਸਾਰਿਆਂ ਨੇ ਜਿਨ੍ਹਾਂ ਨੇ ਫਰੰਟ ਲਾਈਨ ਦੇ ਉੱਤੇ ਆ ਕੇ ਕੰਮ ਕੀਤਾ। ਅਤੇ ਬਹੁਤ ਹੀ ਭਿਆਨਕ ਮਹਾਂਮਾਰੀ ਸੀ, ਇਸ ਦਾ ਡਰ ਵੀ ਬਹੁਤ ਸੀ। ਉਹਦੇ ਬਾਵਜੂਦ
ਜਿਸ ਤਰ੍ਹਾਂ ਸਿਪਾਹੀ ਲੜਦੇ ਨੇ ਨਾ ਫਰੰਟ ਲਾਈਨ ਦੇ ਉੱਤੇ ਸਰਹੱਦਾਂ 'ਤੇ, ਇਸ ਤਰ੍ਹਾਂ ਕੰਮ ਚੱਲਿਆ। ਉਹਨਾਂ ਦਾ ਮੈਂ ਬਹੁਤ ਬਹੁਤ ਦਿਲੋਂ ਆਪਣੇ ਵੱਲੋਂ ਧੰਨਵਾਦ ਕਰਦੀ ਹਾਂ। ਔਰ ਅੱਜ ਜੋ ਸ਼ੁਰੂਆਤ ਹੋਈ ਹੈ ਸਾਰੇ ਦੇਸ਼ ਦੇ ਵਿੱਚ ਕਿ ਖਾਸ ਕਰਕੇ ਸਾਡੇ ਆਪਣੇ ਪੰਜਾਬ 'ਚ ਇਹ ਵੈਕਸੀਨੇਸ਼ਨ ਦੇਣ ਦੀ, ਇਹ ਵੀ ਇੱਕ ਬਹੁਤ ਵੱਡੀ ਗੱਲ ਹੈ। ਔਰ ਇਹ ਵੀ ਜਿਹੜੀ ਹੈਗੀ ਹੈ ਇਹ ਸਾਡੇ ਦੇਸ਼ ਦੇ ਵਿੱਚ ਜਿਹੜੀ ਬਣੀ, ਅਸੀਂ ਬਾਹਰ ਵੀ ਇਹ ਦਵਾਈ ਭੇਜਾਂਗੇ। ਇਸ ਲਈ ਸਾਡੇ ਦੇਸ਼ ਦੇ ਸਾਇੰਟਿਸਟ, ਸਾਡੇ ਦੇਸ਼ ਦੇ ਜਿਨ੍ਹਾਂ ਨੇ ਬਣਾਈ ਹੈ ਉਹਨਾਂ ਨੂੰ ਵੀ ਧੰਨਵਾਦ ਔਰ ਵਧਾਈ। ਔਰ ਮੈਂ ਆਸ ਰੱਖਦੀ ਹਾਂ ਕਿ ਇਹਦੇ ਨਾਲ ਇਹ ਜਿਹੜੀ ਮਹਾਮਾਰੀ ਹੈ ਇਹਦੇ ਉੱਤੇ ਠੱਲ ਪਊਗਾ ਔਰ ਅਸੀਂ ਆਪਣੀ ਜਿਹੜੀ ਸਾਡੀ ਇਹ ਜ਼ਿੰਦਗੀ ਥੋੜ੍ਹੀ ਜਿਹੀ ਇਸ ਦੇ ਵਿੱਚ ਨੁਕਸਾਨ ਬਹੁਤ ਹੋਇਆ ਪਿਛਲੇ ਸਾਲ 'ਚ ਮਾਲੀ ਤੌਰ 'ਤੇ, ਜਾਨੀ ਤੌਰ 'ਤੇ, ਉਹ ਰੁਕੇਗਾ ਔਰ ਅਸੀਂ ਅੱਗੇ ਵਧਾਂਗੇ। ਤਾਂ ਤੁਸੀਂ ਕਿਵੇਂ ਦੇ ਦਿਓ ਕਿ ਜਿਵੇਂ ਕਿਸਾਨ ਠੰਡ ਕਾਫੀ ਵੱਧਦੀ ਹੈ, ਕਿਸਾਨ ਜਿਹੜੇ ਹੈਗੇ ਨੇ ਅੱਜ ਵੀ ਡਟੇ ਹੋਏ ਨੇ ਔਰ ਮੀਟਿੰਗਾਂ ਦੌਰਾ ਉਵੇਂ ਚੱਲਦਾ ਆ ਰਿਹਾ, ਕੋਈ ਹਜੇ ਤੱਕ ਹੱਲ ਨਹੀਂ ਪਹੁੰਚ ਪਾਇਆ। ਬਹੁਤ ਦੁੱਖ ਭਰੀ ਗੱਲ ਹੈ ਕਿ 9 ਮੀਟਿੰਗਾਂ ਹੋ ਚੁੱਕੀਆਂ ਔਰ ਹਾਲੇ ਤੱਕ ਸੈਂਟਰਲ ਗਵਰਨਮੈਂਟ ਨੇ ਕਿਸਾਨਾਂ ਦਾ ਹੱਲ ਨਹੀਂ ਕੱਢਿਆ। ਕੋਈ 19 ਤਰੀਕ ਨੂੰ ਫਿਰ ਮੀਟਿੰਗ ਕਾਲ ਕੀਤੀ ਹੈ ਔਰ ਜਿਸ ਤਰ੍ਹਾਂ ਦਾ ਚੱਲ ਰਿਹਾ ਕੋਈ ਬਾਹਲੀ ਆਸ ਨਹੀਂ ਹੈ, ਪਰ ਫਿਰ ਵੀ ਅਸੀਂ ਸਾਰੇ ਪ੍ਰਾਰਥਨਾ ਕਰਦੇ ਹਾਂ ਕਿ ਇਹਦਾ ਹੱਲ ਨਿਕਲੇ ਔਰ ਜੋ ਜਾਇਜ਼ ਮੰਗਾਂ ਨੇ ਕਿਸਾਨਾਂ ਦੀਆਂ, ਕਿਉਂਕਿ ਐਵੇਂ ਇਸ ਮੌਸਮ ਦੇ ਵਿੱਚ, ਕਿਸੇ ਮੌਸਮ ਦੇ ਵਿੱਚ ਵੀ ਆਪਣਾ ਘਰ-ਬਾਰ ਛੱਡ ਕੇ, ਜੇ ਸਮਝ ਲਓ 2 ਮਹੀਨੇ ਹੋ ਗਏ ਨੇ ਕੋਈ ਜਾ ਕੇ ਬਾਹਰ ਬੈਠੇ, ਇਹਦੇ ਨਾਲ ਤਾਂ 70 ਤੋਂ ਉੱਪਰ ਕਿਸਾਨਾਂ ਦੀਆਂ ਮੌਤਾਂ ਹੋ ਗਈਆਂ ਨੇ। ਤਾਂ ਤੁਸੀਂ ਸੋਚੋ ਕਿ ਜੇ ਕਹੋ ਇੱਕ ਮੌਤ ਦਿਨ ਦੀ, ਉਸ ਤੋਂ ਵੀ ਜ਼ਿਆਦਾ ਐਵਰੇਜ ਆਈ ਹੈ। ਇਹ ਇੱਕ ਬਹੁਤ ਦੁੱਖ ਭਰੀ ਕਹਾਣੀ ਹੈ ਕਿ ਜਿਹੜਾ ਅੰਨਦਾਤਾ ਖਿਲਾਉਂਦਾ ਹੈ ਉਸ ਦੀ ਗੱਲ ਵੀ ਤੁਸੀਂ ਸੁਣਦੇ ਹੋ ਔਰ ਉਹਨਾਂ ਨੂੰ ਇਹ ਜਿਹਾ ਕੰਮ ਕਰਨਾ ਪੈਣਾ ਹੈ। ਇਹ ਇਤਿਹਾਸਿਕ ਇਹਨਾਂ ਨੇ ਆਪਣਾ ਅੰਦੋਲਨ ਚਾਲਿਆ ਹੋਇਆ, ਬਹੁਤ ਸ਼ਾਂਤੀਪੂਰਵਕ ਸਾਰੀ ਦੁਨੀਆ ਨੂੰ ਇਹ ਦੁੱਖ ਦਿਖ ਰਿਹਾ। ਤਾਂ ਮੈਂ ਮੋਦੀ ਜੀ ਨੂੰ ਦਰਖਾਸਤ ਕਰਦੀ ਹਾਂ ਕਿ ਇਸ 'ਤੇ ਜ਼ਰੂਰ ਤੁਸੀਂ ਗੌਰ ਕਰੋ, ਕਿਉਂਕਿ ਇਹ ਜਾਇਜ਼ ਮੰਗ ਹੈ। ਜੇ ਤੁਹਾਡੇ ਲੋਕ ਇੰਨੇ ਵਧੀਆ ਹੁੰਦੇ ਕਿਸਾਨਾਂ ਲਈ ਤਾਂ ਕਿਸਾਨ ਐ ਨਾ ਉੱਠਦੇ, ਜ਼ਮੀਨ ਨਾਲ ਜੁੜੇ ਹੋਏ ਆ, ਇਹਨਾਂ ਨੂੰ ਪਤਾ ਹੈ ਕਿ ਸਾਡਾ ਕੀ ਨੁਕਸਾਨ ਹੈ, ਕੀ ਫਾਇਦਾ ਹੈ। ਸੋ ਇਹਨੂੰ ਇੱਕ ਵਾਰੀ ਦੇਖ ਕੇ ਇੰਨਾ ਵੀ ਨਹੀਂ ਸੋਚਣਾ ਚਾਹੀਦਾ। ਕਿਸੇ ਦੇ ਲੋਕਤੰਤਰ ਦੇ ਲੋਕਾਂ ਦੇ ਹੱਕ ਦੇ ਵਿੱਚ ਤੁਸੀਂ ਲੋਕਾਂ ਦੇ ਚੁਣੇ ਹੋਏ ਪ੍ਰਧਾਨ ਮੰਤਰੀ ਹੋ, ਤੁਸੀਂ ਸਮਝੋ ਔਰ ਆਪਣੇ ਕਾਨੂੰਨ ਵਾਪਸ ਲੈ ਕੇ ਨਵੇਂ ਸਿਰੇ 'ਤੇ ਕਿਸਾਨਾਂ ਦੇ ਨਾਲ ਗੱਲ ਕਰਕੇ ਇਹਨੂੰ ਤੁਹਾਨੂੰ ਲਿਆਉਣਾ ਚਾਹੀਦਾ ਪਾਰਲੀਮੈਂਟ ਦੇ ਵਿੱਚ। ਜਿੱਥੇ ਕਿਤੇ NRI ਭਰਾ ਜਿਹੜੇ ਹੈਗੇ ਨੇ, ਜਿਹੜੇ ਕਿਸਾਨਾਂ ਲਈ ਉਹਨਾਂ ਨੂੰ ਮਦਦ ਕਰ ਰਹੇ ਨੇ, ਉਹਨਾਂ ਨੂੰ ਤੰਗ ਪਛਾਣ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਕੇਂਦਰ ਸਰਕਾਰ ਹੈ ਸਾਨੂੰ ਤੰਗ ਪਛਾਣ ਕਰ ਰਹੀ ਹੈ, ਉਹਨਾਂ ਦਾ ਤੁਹਾਡਾ ਕੀ ਕਹਿਣਾ ਹੈ? ਇਹਦਾ ਮੈਂ ਨਿੰਦਾ ਕਰਦੀ ਹਾਂ ਕਿ ਬੇਮਤਲਬ ਦੀ ਜਿਹੜੀ ਪਰੇਸ਼ਾਨੀ ਕਰਦੇ ਆ ਉਹ ਨਹੀਂ ਕਰਨੀ ਚਾਹੀਦੀ।